ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਜੋ ਆਪਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਛੋਟੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਅਤੇ ਪਿਆਰੇ ਸਿੰਘਾਂ ਦੀ ਯਾਦ ਵਿੱਚ ਜੋ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਜੋ ਆਪਾਂ ਜੋ ਕੁਝ ਕੁ ਵਿਚਾਰਾਂ ਦੀ ਸਾਂਝ ਪਾਈਏ। ਜੋ ਸਤਿਗੁਰੂ ਕਿਰਪਾ ਕਰਕੇ ਸਮੱਤ ਬਖਸ਼ ਕੇ ਸੇਵਾ ਲੈਣ। ਸੋ ਜੋ ਆਪਾਂ ਵਿਚਾਰ ਕਰਾਂਗੇ, ਜੋ 8 ਪੋਹ ਦੇ ਦਿਨ ਦੇ ਵਿੱਚ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨਾਲ, ਪਿਆਰੇ ਸਿੰਘਾਂ ਨਾਲ ਅੱਜ ਦਾ ਦਿਨ ਕਿਵੇਂ ਬੀਤਿਆ। ਸੋ ਆਓ ਸਾਰੇ ਰਲ ਮਿਲ ਕੇ ਵਿਚਾਰ ਕਰੀਏ। ਸੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰਿਓ, ਜੋ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਕਿ ਜੋ ਸਤਿਗੁਰਾਂ ਦਾ ਸਰਸਾ ਤੇ ਪਰਿਵਾਰ ਵਿਛੋੜਾ, ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਔਰ 40 ਸਿੰਘਾਂ ਦੇ ਸਮੇਤ ਜੋ ਚਮਕੌਰ ਦੀ ਗੜ੍ਹੀ ਦੇ ਵਿੱਚ ਪਹੁੰਚੇ, ਰਾਤ 7 ਪੋਹ ਦੀ ਉੱਥੇ ਕੱਟੀ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ, ਉਹਨਾਂ ਨੇ ਕੁੰਮੇ ਮਾਸਕੀ ਦੀ ਛੰਨ ਦੇ ਵਿੱਚ ਰਾਤ ਕੱਟੀ ਔਰ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਣੀ ਸਿੰਘ ਦੇ ਨਾਲ ਰੋਪੜ ਵਾਲੀ ਸਾਈਡ ਨੂੰ ਹੁੰਦੇ ਹੋਏ ਦਿੱਲੀ ਵੱਲ ਨੂੰ ਚਲੇ ਗਏ। ਇਸ ਤਰ੍ਹਾਂ ਕਰਕੇ ਜੋ ਆਪਾਂ ਵਿਚਾਰ ਕੀਤੀ ਕਿ ਸਤਿਗੁਰਾਂ ਦਾ ਸਰਸਾ ਤੇ ਇਸ ਤਰ੍ਹਾਂ ਕਰਕੇ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਜੋ 7 ਪੋਹ ਦੀ ਰਾਤ ਬਤੀਤ ਹੋਈ, 8 ਪੋਹ ਦੀ ਸਵੇਰ ਹੋਈ, ਤਾਂ ਗੁਰੂ ਪਾਤਸ਼ਾਹ ਜੀ ਨੇ ਸਾਹਿਬਜ਼ਾਦਿਆਂ ਨੂੰ ਉਠਾਇਆ, ਜੋ ਸਾਰੀ ਰਾਤ ਆਪ ਪਹਿਰਾ ਦਿੰਦੇ ਰਹੇ ਸਨ। ਸਤਿਗੁਰਾਂ ਦੇ ਪਿਆਰੇ ਸਿੰਘ ਸਾਹਿਬਜ਼ਾਦੇ ਜੋ ਆਰਾਮ ਕਰ ਰਹੇ ਸਨ ਔਰ ਸਤਿਗੁਰਾਂ ਨੇ ਸਾਹਿਬਜ਼ਾਦਿਆਂ ਨੂੰ ਉਠਾਇਆ। 5 ਪਿਆਰੇ ਉੱਠੇ, ਹੋਰ ਬਾਕੀ ਸਿੰਘਾਂ ਨੂੰ ਵੀ ਉਠਾਇਆ, ਪਰ ਗੁਰੂ ਪਾਤਸ਼ਾਹ ਜੀ ਸਾਰੀ ਰਾਤ ਆਪ ਨਹੀਂ ਸੁੱਤੇ। ਸਭ ਨੇ ਆਪਣੀ ਤਿਆਰੀ ਕੀਤੀ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਜੋ ਨੇਮ ਜਾਪ ਹੋਏ। ਦੀਵਾਨ ਦੀ ਸਮਾਪਤੀ ਹੋਈ। ਸਤਿਗੁਰੂ ਜੀ ਸਿੰਘਾਂ ਨੂੰ ਰਣਨੀਤੀ ਸਮਝਾ ਰਹੇ ਸਨ ਕਿ ਭਾਈ ਇਸ ਤਰ੍ਹਾਂ ਕਰਕੇ ਆਪਾਂ ਜੋ ਜੰਗ ਦੇ ਵਿੱਚ ਯੁੱਧ ਕਰਨਾ ਹੈ, ਮੈਦਾਨ ਦੇ ਵਿੱਚ ਲੜਨਾ ਹੈ। 5 ਸਿੰਘਾਂ ਦੇ ਜਥੇ ਬਣਾਏ ਗਏ, ਜਿਨ੍ਹਾਂ ਦੀ ਅਗਵਾਈ ਪਿਆਰੇ ਭਾਈ ਦਇਆ ਸਿੰਘ ਜੀ ਕਰਦੇ ਸਨ। ਉਧਰ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀ ਫੌਜ ਨੇ ਗੁਰੂ ਸਾਹਿਬ ਅਤੇ ਸਿੰਘਾਂ ਦਾ ਪਿੱਛਾ ਕਰਦੇ ਹੋਏ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਘੇਰਾ ਵੀ ਕੋਈ ਛੋਟਾ ਨਹੀਂ,
ਹੋਰ ਫੌਜ ਮੰਗਾ ਕੇ ਦਿੱਲੀ ਤੋਂ 10 ਲੱਖ ਫੌਜਾਂ ਦਾ ਘੇਰਾ ਇਤਿਹਾਸ ਦੱਸਦਾ ਹੈ ਕਿ 10 ਲੱਖ ਫੌਜ ਦਾ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਸੀ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਨੂੰ 10 ਲੱਖ ਫੌਜ ਦਾ ਘੇਰਾ। ਫਿਰ ਸ਼ਾਹੀ ਫੌਜਾਂ ਤੇ ਪਹਾੜੀਆਂ ਨੇ ਸੋਚਿਆ ਕਿ ਦੇਖੀਏ ਗੜੀ ਦੇ ਵਿੱਚ ਕਿੰਨੇ ਕੁ ਸਿੰਘ ਹਨ। ਪੌੜੀ ਲਾ ਕੇ ਜਦੋਂ ਦੇਖ ਲੈਣਾ ਚਾਹੀਦਾ ਹੈ। ਉਹਨਾਂ ਨੂੰ ਇੰਝ ਲੱਗਦਾ ਸੀ ਕਿ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਸਿੰਘ ਹੋਣਗੇ। ਕਹਿਣ ਲੱਗੇ ਦੇਖ ਲੈਣਾ ਚਾਹੀਦਾ ਹੈ ਕਿੰਨੇ ਕੁ ਸਿੰਘ ਹਨ। ਔਰ ਜਿਹੜਾ ਪਹਿਲਾਂ ਦੇਖਣ ਗਿਆ ਸੀ ਪੌੜੀ ਲਾ ਕੇ ਕੰਧ ਦੇ ਨਾਲ ਚੜ੍ਹਨ ਲੱਗਾ, ਇਸ ਦਾ ਨਾਮ ਸੀ ਨਾਰ ਖਾਂ, ਜੋ ਨਵਾਬ ਮਲੇਰਕੋਟਲੇ ਦਾ ਸਕਾ ਭਰਾ ਸੀ। ਜਦੋਂ ਉਸਨੇ ਗੜੀ ਦੀ ਦੀਵਾਰ ਤੋਂ ਉੱਚਾ ਸਿਰ ਚੁੱਕਿਆ ਕਿ ਮੈਂ ਦੇਖਦਾ ਹਾਂ ਕਿੰਨੇ ਸਿੰਘ ਹਨ, ਕਿੰਨੇ ਸਿੱਖ ਹਨ, ਇਹਨਾਂ ਨੂੰ ਕਿਵੇਂ ਫੜਿਆ ਜਾ ਸਕਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਉੱਪਰ ਵਾਲੀ ਖੋਪੜੀ ਦੇ ਜਦੋਂ ਇਹ ਹੋਰ ਉੱਚਾ ਹੋਇਆ ਤਾਂ ਇਸ ਦੀਆਂ ਅੱਖਾਂ ਦਿਸੀਆਂ ਤਾਂ ਸਤਿਗੁਰੂ ਨੇ ਆਪਣੇ ਪੱਥੇ ਵਿੱਚੋਂ ਤੀਰ ਕੱਢਿਆ ਤੇ ਨਾਰ ਖਾਂ ਦੀਆਂ ਅੱਖਾਂ ਦੇ ਵਿੱਚ ਪਰੋ ਦਿੱਤਾ, ਭਾਵ ਕਿ ਉਸ ਨੂੰ ਖਤਮ ਕਰ ਦਿੱਤਾ। ਸਤਿਗੁਰਾਂ ਨੇ ਇੰਨੀ ਤੇਜ਼ੀ ਦੇ ਨਾਲ ਤੀਰ ਕੱਢਿਆ ਤੇ ਇੰਨੀ ਤੇਜ਼ੀ ਦੇ ਨਾਲ ਕਮਾਨ ਤੇ ਚੜਾ ਕੇ ਛੱਡਿਆ ਕਿ ਉਸ ਨੂੰ ਸਿਰ ਨੀਵਾਂ ਕਰਨ ਦਾ ਮੌਕਾ ਹੀ ਨਾ ਦਿੱਤਾ। ਔਰ ਧਰਤੀ ਤੇ ਡਿੱਗ ਪਿਆ। ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਜੋ ਇਹ ਚਲਾਇਆ ਸੀ। ਦੂਜਾ ਗਣੀ ਖਾਂ ਆਇਆ, ਜੋ ਨਵਾਬ ਮਲੇਰਕੋਟਲੇ ਦਾ ਭਤੀਜਾ ਸੀ। ਉਸਨੇ ਵੀ ਪੌੜੀ ਲਾਈ। ਜਦੋਂ ਇਸ ਨੇ ਸਿਰ ਦੀਵਾਰ ਤੋਂ ਉੱਚਾ ਚੱਕਿਆ ਤਾਂ ਸਤਿਗੁਰਾਂ ਨੇ ਇਸ ਦਾ ਸਿਰ ਵੀ ਭੰਨ ਦਿੱਤਾ, ਭਾਵ ਕਿ ਉਸ ਨੂੰ ਵੀ ਖਤਮ ਕਰ ਦਿੱਤਾ। ਔਰ ਜਦੋਂ ਤੀਸਰਾ ਆਇਆ, ਜਿਸ ਨੂੰ ਖਵਾਜਾ ਮਹਿਦੂਦ ਕਿਹਾ ਜਾਂਦਾ ਹੈ, ਜਿਸ ਨੂੰ ਸਤਿਗੁਰਾਂ ਨੇ ਜਫਰਨਾਮੇ ਦੇ ਵਿੱਚ ਮਰਦੂਦ ਵੀ ਲਿਖਿਆ ਹੈ, ਜਦੋਂ ਸਤਿਗੁਰੂ ਜੀ ਤੀਰ ਛੱਡਣ ਲੱਗੇ ਤਾਂ ਇਹ ਕੰਧ ਦੇ ਓਹਲੇ ਹੋ ਕੇ ਬਚ ਕੇ ਨਿਕਲ ਗਿਆ। ਜਦੋਂ ਸਤਿਗੁਰੂ ਜੀ ਨੇ ਜਫਰਨਾਮਾ ਲਿਖਿਆ ਤੇ ਕਿਹਾ ਸੀ ਕਿ ਐ ਔਰੰਗਜ਼ੇਬ, ਅਫਸੋਸ ਹੈ ਕਿ ਤੇਰਾ ਸਿਪਾਹੀ ਮਰਦੂਦ ਜੋ ਬਚ ਕੇ ਨਿਕਲ ਗਿਆ, ਜੇਕਰ ਕੰਧ ਦੇ ਓਹਲੇ ਨਾ ਹੁੰਦਾ ਤਾਂ ਮੈਂ ਇੱਕ ਤੀਰ ਉਸ ਨੂੰ ਵੀ ਬਖਸ਼ ਦੇਣਾ ਸੀ। ਕਲਗੀ ਵਾਲੇ ਪਾਤਸ਼ਾਹ ਨੇ ਜੋ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਐ ਔਰੰਗਜ਼ੇਬ, ਤੂੰ ਕਦੀ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਕਿ ਇੱਕ ਪਾਸੇ ਕਈ ਮਹੀਨਿਆਂ ਦੇ ਭੁੱਖੇ, ਜੋ ਆਪਾਂ ਵਿਚਾਰ ਕੀਤੀ ਸੀ ਕਿ 8 ਮਹੀਨੇ ਤੋਂ ਜ਼ਿਆਦਾ ਸਮਾਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ ਸੀ। 8 ਮਹੀਨਿਆਂ ਤੋਂ ਬਾਹਰੋਂ ਰਸਤ ਆਉਣੀ ਬੰਦ ਹੋ ਗਈ ਸੀ। ਇੱਥੋਂ ਤੱਕ ਵੀ ਦੱਸਿਆ ਜਾਂਦਾ ਹੈ ਕਿ ਸਿੰਘਾਂ ਨੇ ਦਰਖਤਾਂ ਦੇ ਸੱਕ ਪੀਸ ਕੇ ਪਾਣੀ ਦੇ ਨਾਲ ਖਾਧੇ ਤੇ ਗੁਜ਼ਾਰਾ ਕੀਤਾ। ਇੰਨੀ ਭੁੱਖ ਕੱਟੀ ਤੇ ਕਈ ਸਿੰਘ ਸਤਿਗੁਰਾਂ ਨੂੰ ਜਵਾਬ ਦੇ ਗਏ ਸੀ ਕਿ ਅਸੀਂ ਸਾਡੇ ਤੋਂ ਭੁੱਖ ਨਹੀਂ ਕੱਟੀ ਜਾਂਦੀ। ਪਰ ਧੰਨ ਗੁਰੂ ਸਾਹਿਬ ਤੇ ਉਹਨਾਂ ਦੀ ਬਜ਼ੁਰਗ ਮਾਤਾ ਤੇ ਸਾਹਿਬਜ਼ਾਦੇ, ਜਿਨ੍ਹਾਂ ਨੇ ਭੁੱਖ ਕੱਟ ਕੇ ਵੀ ਸਿੰਘਾਂ ਨੇ ਉਸ ਦਾ ਸਾਥ ਨਹੀਂ ਛੱਡਿਆ। ਖੈਰ, ਸਤਿਗੁਰੂ ਕਹਿੰਦੇ ਕਿ ਐ ਔਰੰਗਜ਼ੇਬ, ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਇੱਕ ਪਾਸੇ ਕਈ ਮਹੀਨਿਆਂ ਦੇ ਭੁੱਖੇ
40 ਸਿੱਖ ਬੈਠੇ ਸਨ, ਜਿਨ੍ਹਾਂ ਨੂੰ ਕਈ ਮਹੀਨਿਆਂ ਤੋਂ ਰੋਟੀ ਵੀ ਨਹੀਂ ਸੀ ਮਿਲੀ, ਜੋ ਕੇਵਲ ਇੱਕ ਪਰਮੇਸ਼ਵਰ ਦੇ, ਉਸ ਪ੍ਰਭੂ ਦੇ ਆਸਰੇ ਜਿਉਣ ਵਾਲੇ ਸਨ। ਉਹਨਾਂ ਨੂੰ 10 ਲੱਖ ਫੌਜ ਨੇ ਘੇਰਾ ਪਾਇਆ। ਤੂੰ ਆਪਣੇ ਅੰਦਰ ਆਪਣੀ ਜ਼ਮੀਰ ਨੂੰ ਪੁੱਛ ਕੇ ਵੇਖ ਕਿ ਇਹ ਟਾਕਰਾ, ਇਹ ਮੁਕਾਬਲਾ, ਇਹ ਜੰਗ ਸਾਡੇ ਨਾਲ ਤੇਰੀ ਬਣਦੀ ਸੀ? ਇੱਕ ਪਾਸੇ 40 ਸਿੰਘ ਭੁੱਖੇ ਧਿਆਏ ਔਰ ਇੱਕ ਪਾਸੇ 10 ਲੱਖ ਫੌਜ। ਕੀ ਇਹ ਬਰਾਬਰ ਦਾ ਟਾਕਰਾ ਸੀ? 10 ਲੱਖ ਫੌਜ। ਦੂਜੀ ਗੱਲ ਕਿ ਤੇਰੇ ਆਦਮੀਆਂ ਨੇ ਕਸਮਾਂ ਖਾ ਕੇ ਮੁੱਕਰੇ। ਤੂੰ ਕੁਰਾਨ ਸ਼ਰੀਫ ਤੇ ਦਸਤਕ ਕੀਤੇ, ਆਪਣੇ ਸਹਿਣ ਕੀਤੇ ਕਿ ਤੂੰ ਕਿਲਾ ਛੱਡ ਦੇ, ਤੇਰੇ ਤੇ ਹਮਲਾ ਨਹੀਂ ਹੋਵੇਗਾ। ਮੁਗਲ ਫੌਜ ਨੇ ਵੀ ਉਹ ਕਸਮਾਂ ਤੋੜ ਦਿੱਤੀਆਂ। ਪਹਾੜੀ ਰਾਜਾ ਨੇ ਵੀ ਗਊ ਦੀ ਤੇ ਜਨੇਊ ਦੀ ਕਸਮ ਖਾ ਕੇ ਕਸਮਾਂ ਤੋੜ ਦਿੱਤੀਆਂ। ਕਸਮਾਂ ਖਾ ਕੇ ਮੁੱਕਰ ਗਏ। ਉਹਨਾਂ ਨੇ ਤੀਰਾਂ, ਬੰਦੂਕਾਂ, ਨੇਜਿਆਂ ਦੇ ਨਾਲ ਕਸਮਾਂ ਤੋੜੀਆਂ। ਮੈਂ ਤਾਂ ਇਹਨਾਂ ਦੀਆਂ ਕਸਮਾਂ ਉੱਪਰ ਭਰੋਸਾ ਕੀਤਾ ਸੀ, ਯਕੀਨ ਕੀਤਾ ਸੀ ਕਿ ਧਰਮ ਦੇ ਚਿੰਨ੍ਹ ਦਿਖਾ ਕੇ, ਧਰਮ ਗ੍ਰੰਥ ਸਾਨੂੰ ਦਿਖਾ ਕੇ ਇਹਨਾਂ ਨੇ ਕਸਮਾਂ ਖਾਧੀਆਂ ਹਨ। ਇਹ ਤੀਰ, ਤਲਵਾਰਾਂ, ਨੇਜੇ ਲੈ ਕੇ ਆਏ ਤਾਂ ਜਾ ਕੇ ਮੈਂ ਮੈਦਾਨੇ ਜੱਗ ਵਿੱਚ ਉਤਰਨ ਲਈ ਮਜਬੂਰ ਹੋ ਗਿਆ। ਸਤਿਗੁਰੂ ਕਹਿੰਦੇ, ਰੰਗਜੇਬ, ਮੈਂ ਜੰਗ ਕਰਨਾ ਨਹੀਂ ਸੀ ਚਾਹੁੰਦਾ, ਪਰ ਮੈਨੂੰ ਤੁਸੀਂ ਜੰਗ ਕਰਨ ਲਈ ਮਜਬੂਰ ਕਰ ਦਿੱਤਾ। ਜਦੋਂ ਤੁਸੀਂ ਕਸਮਾਂ ਤੋੜ ਕੇ, ਸ਼ਾਸਤਰ ਲੈ ਕੇ ਮੈਨੂੰ ਘੇਰਾ ਪਾ ਲਿਆ ਤਾਂ ਮੈਂ ਮੈਦਾਨੇ ਜੰਗ ਵਿੱਚ ਉਤਰਨ ਲਈ ਮਜਬੂਰ ਹੋ ਗਿਆ। ਜਦੋਂ ਸਿਰ ਤੋਂ ਪਾਣੀ ਲੰਘਣ ਲੱਗੇ ਤਾਂ ਫਿਰ ਸਿੱਖ ਤੇਗ ਨੂੰ ਹੀ ਹੱਥ ਪਾਉਂਦਾ ਹੈ। ਉਸ ਕੋਲ ਕੋਈ ਹੋਰ ਰਸਤਾ ਨਹੀਂ ਰਹਿ ਜਾਂਦਾ। ਸੋ 22 ਦਸੰਬਰ ਦੀ ਸਵੇਰ ਜਦੋਂ ਹੋਈ, ਜੋ ਮੁਗਲ ਫੌਜਾਂ ਤੇ ਪਹਾੜੀ ਫੌਜਾਂ ਨੇ ਕਿਹਾ ਕਿ ਸਾਰੇ ਇੱਕਦਮ ਹੱਲਾ ਬੋਲੋ। ਇਹ ਮੁੱਠੀ ਭਰ ਸਿੰਘ ਕੀ ਕਰ ਸਕਦੇ ਹਨ? ਜਦੋਂ ਹੱਲਾ ਬੋਲਣ ਲੱਗੇ ਤਾਂ 5 ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਜੀ ਉੱਠ ਕੇ ਸਾਹਮਣੇ ਆਏ ਤੇ ਹੱਥ ਜੋੜ ਕੇ ਕਿਹਾ ਕਿ ਸਤਿਗੁਰੂ ਜੀ, ਉਹਨਾਂ ਦੇ ਹਮਲਾ ਕਰਨ ਤੋਂ ਪਹਿਲਾਂ ਸਾਨੂੰ ਆਗਿਆ ਦੇ ਦਿਓ ਕਿ ਅਸੀਂ ਮੈਦਾਨੇ ਜੰਗ ਵਿੱਚ ਜਾਈਏ ਔਰ ਉਹਨਾਂ ਤੇ ਹਮਲਾ ਕਰਨ ਤੋਂ ਪਹਿਲਾਂ ਹੀ ਅਸੀਂ ਉਹਨਾਂ ਨਾਲ ਯੁੱਧ ਸ਼ੁਰੂ ਕਰ ਦਈਏ। ਤਾਂ ਸਤਿਗੁਰੂ ਜੀ ਨੇ ਭਾਈ ਹਿੰਮਤ ਸਿੰਘ ਜੀ ਨੂੰ ਛਾਤੀ ਨਾਲ ਲਾਇਆ, ਆਗਿਆ ਦਿੱਤੀ ਤੇ ਕਿਹਾ ਕਿ ਐ ਪਿਆਰੇ ਭਾਈ ਹਿੰਮਤ ਸਿੰਘ ਜੀ, ਤੁਸੀਂ ਤਾਂ ਪਹਿਲਾਂ ਹੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਆਪਣਾ ਸੀਸ ਭੇਟ ਕਰ ਦਿੱਤਾ ਸੀ ਔਰ ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ ਗੜੀ ਵਿੱਚੋਂ ਨਿਕਲੇ ਸਿੰਘਾਂ ਸਮੇਤ, ਇੱਕਦਮ ਫੌਜਾਂ ਉੱਤੇ ਟੁੱਟ ਕੇ ਪੈ ਗਏ। ਫੌਜ ਨੂੰ ਚੀਰਦੇ ਹੋਏ ਅੱਗੇ ਲੰਘ ਗਏ, ਭਾਵ ਕਿ ਉਹਨਾਂ ਦੇ ਜਿਹੜਾ ਹਮਲਾ, ਇੱਕਦਮ ਹਮਲਾ ਕਰਨ ਦਾ ਸੀ, ਉਸ ਨੂੰ ਬਖੇਰ ਦਿੱਤਾ। ਜੰਗ ਕਰਦਿਆਂ ਸ਼ਹੀਦੀਆਂ ਦਾ ਜਾਮ ਪੀਤਾ। ਫਿਰ ਦੂਜਾ ਜਥਾ ਗਿਆ ਜੋ ਕਿੰਨਾ ਹੀ ਸਮਾਂ ਜੂਝਦਾ ਰਿਹਾ ਤੇ 1.25 ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਦਾ ਬਚਨ ਸੱਤ ਕਰ ਦਿੱਤਾ। ਸ਼ਹੀਦੀ ਜਾਮ ਪੀਤਾ। ਫਿਰ ਤੀਜਾ ਜਥਾ ਸ਼ਹੀਦ ਹੋਇਆ। ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਜੀ ਕੋਲ ਆਏ ਤੇ ਆਖਿਆ, ਪਾਤਸ਼ਾਹ ਜੀ, ਬਾਹਰ ਦੁਸ਼ਮਣ ਨੇ ਅੱਤ ਚੁੱਕੀ ਹੋਈ ਹੈ, ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਕਿਸੇ ਤਰੀਕੇ ਨਾਲ ਇਸ ਗੜੀ ਵਿੱਚੋਂ ਨਿਕਲ ਜਾਓ। ਕਲਗੀਧਰ ਪਾਤਸ਼ਾਹ ਜੀ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ, ਦਇਆ ਸਿੰਘ ਜੀ,
ਮੈਂ ਕਦੇ ਵੀ ਸਿੱਖਾਂ ਅਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਸਮਝਿਆ। ਮੇਰੇ ਸਿੱਖ ਮੇਰੇ ਪੁੱਤਰਾਂ ਨਾਲੋਂ ਵੀ ਮੈਨੂੰ ਪਿਆਰੇ ਹਨ। ਅਜੇ ਇੰਨਾ ਹੀ ਕਿਹਾ ਸੀ ਕਿ ਇੰਨੇ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਉੱਠ ਕੇ ਬਾਹਰ ਆਏ ਤੇ ਕਿਹਾ ਕਿ ਪਿਤਾ ਜੀ, ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਆਇਆ ਹਾਂ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਦੱਸੋ ਲਾਲ ਜੀ, ਕੀ ਕਹਿਣਾ ਹੈ? ਤਾਂ ਸਾਹਿਬਜ਼ਾਦਾ ਅਜੀਤ ਸਿੰਘ ਕਹਿਣ ਲੱਗੇ ਕਿ ਪਿਤਾ ਜੀ, ਤੁਸੀਂ ਹੁਕਮ ਦਿਓ, ਮੈਂ ਮੈਦਾਨੇ ਜੰਗ ਵਿੱਚ ਜੂਝਣਾ ਚਾਹੁੰਦਾ ਹਾਂ। ਜੋ ਦਇਆ ਸਿੰਘ ਕਹਿੰਦਾ ਸੀ ਕਿ ਚਲੇ ਜਾਓ, ਅਜੀਤ ਸਿੰਘ ਕਹਿੰਦਾ ਹੈ ਕਿ ਮੈਂ ਜੰਗ ਦੇ ਵਿੱਚ ਜਾਣਾ ਹੈ। ਉਸ ਦੇ ਮਨ ਉੱਤੇ ਕੀ ਬੀਤੀ ਹੋਵੇਗੀ ਕਿ ਜਦੋਂ 18 ਸਾਲ ਦਾ ਨੌਜਵਾਨ ਪੁੱਤਰ ਜੰਗ ਦੇ ਵਿੱਚ ਜਾਣ ਦੀ ਆਗਿਆ ਮੰਗਦਾ ਹੋਵੇ। ਤਾਂ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਅਜੀਤ ਸਿੰਘ ਨੂੰ ਕੋਲ ਬੁਲਾਇਆ ਕਿ ਹੇ ਬੜੇ ਪਿਆਰੇ, ਹੇ ਵੱਡੇ ਪੁੱਤਰ। ਬਾਬਾ ਅਜੀਤ ਸਿੰਘ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਕਿਹਾ ਕਿ ਇਹ ਮੇਰੇ ਪਿਆਰੇ ਲਾਲ ਜੀ, ਮੈਂ ਹੋਰ ਕੁਝ ਨਹੀਂ ਕਹਿਣਾ, ਬਸ ਇਹ ਸਮਝ ਲਵੀਂ ਕਿ ਤੇਰੀਆਂ ਰਗਾਂ ਵਿੱਚ ਉਸ ਦਾ ਖੂਨ ਹੈ ਜਿਹੜਾ ਤੱਤੀ ਤਵੀ ਉੱਪਰ ਬੈਠਾ ਸੀ। ਇੱਕ ਮੇਰੀ ਗੱਲ ਸਮਝ ਲਵੀਂ ਕਿ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ। ਜਿਸ ਦਿਨ ਤੇਰਾ ਜਨਮ ਹੋਇਆ ਸੀ, ਮੈਂ ਪਹਿਲੀ ਜੰਗ ਜਿੱਤੀ ਸੀ। ਇਸ ਕਰਕੇ ਤੇਰਾ ਨਾਮ ਵੀ ਅਜੀਤ ਰੱਖਿਆ ਸੀ ਕਿ ਤੂੰ ਕਿਸੇ ਤੋਂ ਵੀ ਜਿੱਤਿਆ ਨਹੀਂ ਜਾਵੇਂਗਾ। ਰਣ ਵਿੱਚ ਜਾ, ਪਰ ਪਿੱਠ ਦਿਖਾ ਕੇ ਮੇਰੇ ਵੱਲ ਨਾ ਆਵੀਂ। ਮੈਂ ਚਾਹੁੰਦਾ ਹਾਂ ਤੂੰ ਜੰਗ ਵਿੱਚ ਜਾਵੇਂ। ਮੈਂ ਤੈਨੂੰ ਜੰਗ ਵਿੱਚ ਸ਼ਹੀਦ ਹੁੰਦਿਆਂ ਦੇਖਣਾ ਚਾਹੁੰਦਾ ਹਾਂ। ਮੈਂ ਤੇਰੇ ਤਨ ਦੇ ਟੁਕੜੇ ਟੁਕੜੇ ਹੁੰਦੇ ਵੇਖਣਾ ਚਾਹੁੰਦਾ ਹਾਂ। ਸੋ ਪਿਆਰਿਓ, ਕੋਈ ਐਸਾ ਕੌਣ ਹੋਵੇਗਾ ਜਿਹੜਾ ਆਪਣੇ ਪੁੱਤਰ ਨੂੰ ਇੱਦਾਂ ਕਹਿੰਦਾ ਹੋਵੇਗਾ, ਆਪਣੇ ਹੱਥੀਂ ਜੰਗ ਦੇ ਵਿੱਚ ਤੋਰਦਾ ਹੋਵੇਗਾ, ਪਤਾ ਕਿ ਜਿੱਥੋਂ ਵਾਪਸ ਨਹੀਂ ਆਉਣਾ। ਸਾਨੂੰ ਪੁੱਤਰ ਵਿਦੇਸ਼ਾਂ ਦੇ ਵਿੱਚ ਤੋਰਨੇ ਬਹੁਤ ਔਖੇ ਹਨ, ਪਰ ਸਾਨੂੰ ਤਾਂ ਫਿਰ ਵੀ ਆਸ ਹੈ 2 ਸਾਲ ਨੂੰ 4 ਸਾਲ ਨੂੰ ਆ ਜਾਣਗੇ। ਪਰ ਉਸ ਨੂੰ ਪਤਾ ਹੈ ਕਿ ਜਿਹੜਾ ਜੰਗ ਦੇ ਵਿੱਚ ਇੱਕ ਵਾਰ ਗਿਆ ਉਹਨੇ ਵਾਪਸ ਨਹੀਂ ਆਉਣਾ। ਫਿਰ ਵੀ ਉਹ ਹੱਸ ਕੇ ਕਹਿ ਰਿਹਾ ਕਿ ਤੂੰ ਜੰਗ ਦੇ ਵਿੱਚ ਜਾ, ਮੈਂ ਤੈਨੂੰ ਸ਼ਹੀਦ ਹੁੰਦਾ ਦੇਖਣਾ ਚਾਹੁੰਦਾ ਹਾਂ। ਅਜੀਤ ਸਿੰਘ ਜੀ ਕਹਿਣ ਲੱਗੇ, ਪਿਤਾ ਜੀ, ਨਾਮ ਕਾ ਅਜੀਤ ਹੂੰ, जीता नहीं जाऊंगा, जीता भी गया अगर जीता नहीं आऊँगा। ਭਾਵ ਕਿ ਮੈਂ ਕਿਸੇ ਤੋਂ ਜਿੱਤਿਆ ਨਹੀਂ ਜਾਊਂਗਾ, ਜੇ ਜਿੱਤਿਆ ਵੀ ਗਿਆ ਤਾਂ ਵਾਪਸ ਜਿਉਂਦਾ ਨਹੀਂ ਆਊਂਗਾ। ਸਤਿਗੁਰੂ ਆਪ ਗਏ, ਗੜੀ ਦਾ ਦਰਵਾਜ਼ਾ ਖੋਲ੍ਹਿਆ, ਪੁੱਤਰ ਨੂੰ ਤੋਰਿਆ ਅਤੇ ਛੋਟੇ ਪੁੱਤਰ ਜੁਝਾਰ ਸਿੰਘ ਨੂੰ ਨਾਲ ਲੈ ਕੇ ਉਹ ਮੋਂਟੀ ਉੱਪਰ ਜਾ ਚੜ੍ਹੇ। ਜੁਝਾਰ ਸਿੰਘ ਨੂੰ ਕਹਿਣ ਲੱਗੇ, ਦੇਖ ਜੁਝਾਰ ਸਿੰਘ, ਤੇਰਾ ਵੱਡਾ ਵੀਰ ਰਣ ਦੇ ਵਿੱਚ ਕਿਵੇਂ ਜੂਝਦਾ ਹੈ। ਬਾਬਾ ਅਜੀਤ ਸਿੰਘ ਜੀ ਨੇ ਪੱਥੇ ਵਿੱਚੋਂ ਤੀਰ ਕੱਢੇ, ਕਈਆਂ ਦੇ ਵਿੱਚ ਦੀ ਪਰੋਕ ਦਿੱਤੇ, ਕਈਆਂ ਨੂੰ ਖਤਮ ਕਰ ਦਿੱਤਾ, ਪਰ ਦਿੱਤੇ ਹੋਏ ਤੀਰ ਮੁੱਕ ਗਏ ਤਾਂ ਨੇਜਾ ਕੱਢ ਲਿਆ। ਇਸ ਤਰ੍ਹਾਂ ਕਰਕੇ ਫਿਰ ਤਲਵਾਰ ਕੱਢ ਲਈ। ਗੁਰੂ ਕਲਗੀਧਰ ਜੀ ਕਹਿਣ ਲੱਗੇ ਕਿ ਦੇਖ ਦਇਆ ਸਿੰਘਾ, ਅੱਜ ਜੰਗ ਦਾ ਨਜ਼ਾਰਾ ਹੀ ਕੁਝ ਹੋਰ ਹੈ। ਇਹਨੇ ਨੂੰ ਉਧਰੋਂ ਮੁਗਲ ਫੌਜ ਵਿੱਚੋਂ ਆਵਾਜ਼ ਆਈ ਕਿ ਇਹ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਹੈ, ਇਹ ਜਿਉਂਦਾ ਨਾ ਜਾਵੇ। ਇਸ ਦੇ ਟੁਕੜੇ ਟੁਕੜੇ ਕਰ ਦਿਓ
ਕਿਸ ਦੇ ਪਿਤਾ ਨੂੰ ਪਤਾ ਲੱਗ ਜਾਵੇ ਸਾਡੇ ਨਾਲ ਟੱਕਰ ਲੈਣ ਦਾ। ਪਰ ਇਹਨਾਂ ਨੂੰ ਕੀ ਪਤਾ ਸੀ ਤੁਸੀਂ ਉਸ ਨੂੰ ਕੀ ਦਿਖਾਉਣਾ ਚਾਹੁੰਦੇ ਹੋ। ਇਹਨਾਂ ਦਾ ਪਿਤਾ ਤਾਂ ਮੋਂਟੀ ਪਰ ਖੜਾ ਖੁਦ ਹੀ ਦੇਖ ਰਿਹਾ ਹੈ, ਉਸ ਸਮੇਂ ਦੀ ਇੰਤਜ਼ਾਰ ਕਰ ਰਿਹਾ ਹੈ ਕਿ ਬਾਬਾ ਅਜੀਤ ਸਿੰਘ ਨੇ ਇਸੇ ਤਰ੍ਹਾਂ ਕਰਦੇ ਜੰਗ ਕਰਦੇ ਕਰਦੇ ਨੇਜੇ ਨਾਲ ਕਈ ਮਾਰ ਸੁੱਟੇ। ਅਚਾਨਕ ਹੀ ਜਦੋਂ ਇੱਕ ਤੁਰਕ ਦੇ ਨੇਜਾ ਮਾਰ ਕੇ ਕੱਢਣ ਲੱਗੇ ਤਾਂ ਅੱਗੋਂ ਨੇਜਾ ਟੁੱਟ ਗਿਆ। ਫਿਰ ਤਲਵਾਰ ਧੂ ਲਈ। ਫਿਰ ਬਹੁਤ ਧਰਤੀ ਤੇ ਡੇਗ ਦਿੱਤੇ। ਕੁਦਰਤ ਦੀ ਖੇਡ ਕਿ ਬਾਬਾ ਅਜੀਤ ਸਿੰਘ ਜੀ ਦੀ ਕਿਰਪਾਨ ਜੋ ਸੈਯਦ ਜਲਾਲਦੀਨ ਦੇ ਪੁੱਤਰ ਨੇ ਬਾਬਾ ਅਜੀਤ ਸਿੰਘ ਦੇ ਪਿੱਛੇ ਤੋਂ ਬਰਸ਼ੀ ਦਾ ਵਾਰ ਕੀਤਾ ਤੇ ਅਜੀਤ ਸਿੰਘ ਘੋੜੇ ਤੋਂ ਡਿੱਗ ਪਿਆ। ਇੱਕਦਮ ਸਾਰਿਆਂ ਨੇ ਫਿਰ ਉਸ ਨੂੰ ਘੇਰਾ ਪਾ ਲਿਆ ਔਰ ਇਸੇ ਤਰ੍ਹਾਂ ਕਈਆਂ ਤੀਰਾਂ ਦੀ ਵਰਖਾ ਬਾਬਾ ਅਜੀਤ ਸਿੰਘ ਤੇ ਕੀਤੀ ਔਰ ਤੀਰਾਂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਦਾ ਸਰੀਰ ਪਰੋ ਦਿੱਤਾ। ਜਦੋਂ ਬਾਬਾ ਅਜੀਤ ਸਿੰਘ ਧਰਤੀ ਉੱਪਰ ਡਿੱਗੇ ਤਾਂ ਧਰਤੀ ਉੱਪਰ ਡਿੱਗਦਿਆਂ ਸਾਰ ਸ਼ਸਤਰਾਂ ਦੀ ਫਿਰ ਦੁਬਾਰਾ ਵਰਖਾ ਸ਼ੁਰੂ ਹੋ ਗਈ। ਇਸੇ ਤਰ੍ਹਾਂ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਹੋਈ, ਸ਼ਹੀਦੀ ਦਾ ਜਾਮ ਪੀ ਗਏ। ਉਧਰ ਕਲਗੀਧਰ ਜੀ ਮੋਂਟੀ ਉੱਪਰ ਖੜੇ ਦੇਖਦੇ ਹਨ। ਅਜੀਤ ਸਿੰਘ ਸ਼ਹੀਦੀ ਪਾ ਗਏ। ਸਤਿਗੁਰੂ ਕਹਿਣ ਲੱਗੇ कि शाबाश पिसर, खूब दलेरी से लड़े हो। हाँ क्यों ना हो, गोबिंद के फरजंद बड़े हो। कहन लगे कि शाबाश पुत्र, तुसी इन्नी दलेरी दे नाल, बड़ी दलेरी दे नाल लड़े हो। फिर कह लगे लड़दे भी क्यों ना, तुसी गोबिंद सिंह दे वड्डे फरजंद हो, वड्डे पुत्र हो। जद गुरु जी मोंटी तो थले आए तो जुझार सिंह सामने आके कहन लगा कि पिता जी, भाई से बिछड़ कर हमें जीना नहीं आता। सोना नहीं, खाना नहीं, पीना नहीं आता। साहबजादा जुझार सिंह कहन लगे कि पिता जी, इकट्ठे खेडे सी, इकट्ठे पले सी, मेरा वड्डा वीर विछड़ गया जो मैथों बर्दाश्त नहीं हुंदा। वो चला जावे तो मैं पिछे रह जावां। मैं तां तुहाडे तो इजाजत लैण लई आया, आग्या लैण लई आया हाँ कि मैनूं मेरे वीर दे नाल इकट्ठा ही जाण दिओ। और जदों जुझार सिंह ये शब्द कह रहे सन तां गुरु गोबिंद सिंह जी कहन लगे कि पिता तेरे तो कुर्बान जाता है। रण में जाने से इनकार नहीं कि बेटा तैनूं रण विच जाण तो इनकार नहीं है, पर तू रण दे विच कदे जूझिया नहीं, तैनूं लड़दियां कदे देखिया नहीं। अजीत सिंह तां कई जंगां जित भी चुक्या सी, लड़ चुक्या सी। जुझार सिंह कहन लगा कि पिता जी, जे मैं तलवार चला नहीं सकता तो तलवार खा तो सकता हाँ। सतगुरु कहन लगे ले आओ, तन पाक पर हथियार सजा दे, कि आओ तेरे तन ते मैं हथियार सजा देवां। और कहन लगे कि आओ तेरे तन पाक पर हथियार सजा दे, छोटी सी कमान तलवार सजा दे, कि बेटा हम देते हैं खंजर, इसे शमशीर समझना। और कहन लगे कि तैनूं मैं अपने हथी तोड़दा हाँ, जो शास्त्र सजावांगा तेरे शरीर ते,
ਤੈਨੂੰ ਆਪਣੀ ਤਲਵਾਰ ਦਿੰਦਾ ਹਾਂ। ਤਾਂ ਕਹਿਣ ਲੱਗੇ, ਸਤਿਗੁਰੂ ਜੀ ਕਹਿਣ ਲੱਗੇ ਕਿ ਬੇਟਾ ਤੇਰੀ 14 ਸਾਲ ਦੀ ਨਿੱਕੀ ਉਮਰ ਹੈ, ਜਦ ਸੀਨੇ ਵਿੱਚ ਤੇਰੇ ਤੀਰ ਵੱਜੇ ਤਾਂ ਸੀ ਨਾ ਕਰੀ। ਸਤਿਗੁਰੂ ਇਸ ਤਰ੍ਹਾਂ ਕਰਕੇ ਜੁਝਾਰ ਸਿੰਘ ਨੂੰ ਮੈਦਾਨੇ ਜੰਗ ਵਿੱਚ ਤੋਰਨ ਲੱਗੇ। ਕਹਿੰਦੇ ਹਨ, ਵਾਹਿਗੁਰੂ ਆਪ ਜੰਗ ਦੀ ਤੈਨੂੰ ਹਿੰਮਤ ਬਖਸ਼ੇ। ਪਿਆਸੇ ਹੋ ਜਾਓ ਜਾਮੇ ਸ਼ਹਾਦਤ ਤੁਮੇ ਬਖਸ਼ੇ। ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਬੇਟਾ ਮੇਰੀ ਇੱਕ ਇੱਛਾ ਹੈ ਕਿ ਜਦ ਤੇਰੀ ਛਾਤੀ ਵਿੱਚ ਤੀਰ ਵੱਜਣ ਤਾਂ ਮੇਰੇ ਵੱਲ ਮੁੱਖ ਕਰ ਲਈ। ਮੈਂ ਤੇਰੀ ਛਾਤੀ ਵਿੱਚ ਤੀਰ ਵੱਜੇ ਹੋਏ ਵੇਖਣਾ ਚਾਹੁੰਦਾ ਹਾਂ ਕਿ ਕਿੰਨੇ ਤੀਰ ਵੱਜਦੇ ਹਨ। ਸਤਿਗੁਰੂ ਜੀ ਨੇ ਜੁਝਾਰ ਸਿੰਘ ਜੰਗ ਵੱਲ ਤੋਰਿਆ। ਗੜੀ ਦਾ ਦਰਵਾਜ਼ਾ ਖੁੱਲ੍ਹਿਆ। ਸਤਿਗੁਰੂ ਕਹਿੰਦੇ ਕਿ ਦਇਆ ਸਿੰਘਾ, ਅੱਜ ਮੇਰਾ ਪੱਥਾ ਤੀਰਾਂ ਨਾਲ ਭਰ ਦੇ। ਮੈਂ ਆਪਣੇ ਪੁੱਤਰ ਨੂੰ ਤੀਰਾਂ ਦੀ ਛਾਂ ਦੇ ਹੇਠ ਤੋਰਾਂਗਾ। ਕਿ ਜੁਝਾਰ ਸਿੰਘ ਜੋ ਛੋਟੀ ਉਮਰ 14 ਸਾਲ ਦੀ, ਪਰ ਮੈਂ ਚਾਹੁੰਦਾ ਹਾਂ ਕਿ ਇਹ ਅਜੀਤ ਸਿੰਘ ਨਾਲੋਂ 4 ਕਦਮ ਅੱਗੇ ਜਾਵੇ, ਉਸ ਨਾਲੋਂ ਅੱਗੇ ਵੱਧ ਕੇ ਸ਼ਹੀਦ ਹੋਵੇ। ਸਤਿਗੁਰੂ ਜੀ ਮੋਂਟੀ ਉੱਪਰ ਚੜ੍ਹੇ, ਤੀਰ ਚਲਾਉਣ ਲੱਗੇ। ਜਦੋਂ ਜੁਝਾਰ ਸਿੰਘ ਗੇਟ ਤੋਂ ਬਾਹਰ ਨਿਕਲਿਆ ਤਾਂ ਫੌਜਾਂ ਨੇ ਘੇਰਾ ਪਾ ਲਿਆ, ਬਹੁਤ ਵੱਡਾ ਘੇਰਾ ਕਰ ਦਿੱਤਾ ਕਿ ਇਸ ਨੂੰ ਖਤਮ ਕਰ ਦੇਣਾ ਹੈ। ਸਤਿਗੁਰਾਂ ਨੇ ਉਸੇ ਸਮੇਂ ਤੀਰਾਂ ਦੀ ਵਰਖਾ ਕਰ ਦਿੱਤੀ, ਜੋ ਘੇਰਾ ਟੁੱਟ ਗਿਆ। ਤਾਂ ਬਾਬਾ ਜੁਝਾਰ ਸਿੰਘ ਜੀ ਜੋ ਅੱਗੇ ਨਿਕਲ ਗਏ ਘੇਰਾ ਤੋੜ ਕੇ। ਜੁਝਾਰ ਸਿੰਘ ਜੀ ਜੰਗ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, 10-20 को जख्मी किया, 10-20 को मारा, उस जंग में इस एक ने 20 को मारा। सो दसदे हैं कि ਜੁਝਾਰ ਸਿੰਘ ਘੋੜੇ ਉੱਪਰ ਲੜਦਿਆਂ ਲੜਦਿਆਂ ਜੋ ਜ਼ਖਮੀ ਹੋ ਗਿਆ ਸੀ ਤੇ ਲੜਦਿਆਂ ਲੜਦਿਆਂ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਅਜੀਤ ਸਿੰਘ ਦਾ ਸਰੀਰ ਪਿਆ ਸੀ। ਘੋੜੇ ਤੋਂ ਹੇਠਾਂ ਉਤਰਿਆ ਅਜੀਤ ਸਿੰਘ ਦਾ ਸਿਰ। ਇਤਿਹਾਸ ਦੱਸਦਾ ਹੈ ਕਿ ਇਸ ਨੇ ਆਪਣੀ ਗੋਦ ਦੇ ਵਿੱਚ ਲਿਆ। ਕਹਿਣ ਲੱਗਾ ਕਿ ਵੀਰ, ਤੂੰ ਅੱਜ ਮੈਨੂੰ ਸ਼ਹੀਦ ਹੁੰਦਾ ਲੜਦਾ ਨਹੀਂ ਦੇਖੇਗਾ। ਇੰਨਾ ਸ਼ੌਕ ਸੀ ਕਿ ਮੈਂ ਤੇਰੇ ਸਾਹਮਣੇ ਜੰਗ ਦੇ ਵਿੱਚ ਜਾਵਾਂ। ਮੈਂ ਤੇਰੇ ਮਗਰ ਹੀ ਹੁਣ ਸ਼ਹੀਦ ਹੋਣ ਵਾਸਤੇ ਆ ਗਿਆ ਹਾਂ। ਇੱਕ ਵਾਰ ਮੈਨੂੰ ਸ਼ਹੀਦ ਹੁੰਦਾ ਤਾਂ ਦੇਖ ਲੈ। ਇੰਨੇ ਚਿਰ ਨੂੰ ਮੁਗਲ ਫੌਜਾਂ ਨੇ, ਪਹਾੜੀ ਫੌਜਾਂ ਨੇ ਤੀਰਾਂ ਦੀ ਵਰਖਾ ਕਰ ਦਿੱਤੀ। ਤੀਰ ਚਲਾਏ ਜੋ ਜੁਝਾਰ ਸਿੰਘ ਦੀ ਛਾਤੀ ਦੇ ਵਿੱਚ ਆਣ ਵੱਜੇ। ਫਿਰ ਹੋਰ ਤੀਰ ਚੱਲੇ ਤਾਂ ਜੁਝਾਰ ਸਿੰਘ ਨੇ ਕਲਗੀਧਰ ਵੱਲ ਦੇਖਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੈਕਾਰਾ ਛੱਡਿਆ। ਤਾਂ ਕਵੀ ਲਿਖਦਾ ਹੈ, ਹੱਸ ਸ਼ਹੀਦੀ ਪਾ ਗਿਆ ਜਦ ਬਾਲ ਛਟੇਰਾ, ਉਂਗਲੀ ਲਾ ਕੇ ਲੈ ਗਿਆ ਉਹਦਾ ਵੀਰ ਵਡੇਰਾ। ਧੰਨ ਕਲਗੀ ਵਾਲੇ ਪਾਤਸ਼ਾਹ, ਧੰਨ ਤੇਰਾ ਜੇਰਾ। ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਦੂਜਾ ਪੁੱਤਰ ਤੇਰੀ ਅਮਾਨ ਸੀ ਹੇ ਅਕਾਲ ਪੁਰਖ, ਉਹ ਵੀ ਤੈਨੂੰ ਸੌਂਪ ਦਿੱਤੀ। ਦੋਵੇਂ ਪੁੱਤਰ ਜੰਗ ਦੇ ਵਿੱਚ ਸ਼ਹੀਦ ਹੋ ਗਏ। ਸ਼ਾਮਾਂ ਪਈਆਂ, ਹਨੇਰਾ ਹੋ ਗਿਆ ਤਾਂ ਸਤਿਗੁਰੂ ਮੋਤੀ ਤੋਂ ਥੱਲੇ ਉਤਰੇ। ਸੋ ਜੋ ਇਸੇ ਤਰ੍ਹਾਂ
ਚਮਕੌਰ ਦੀ ਜੰਗ ਕਰਦਿਆਂ ਸਤਿਗੁਰਾਂ ਦੇ ਦੋਵੇਂ ਸਾਹਿਬਜ਼ਾਦੇ ਜੰਗ ਦੇ ਵਿੱਚ ਸ਼ਹੀਦ ਹੋਏ। ਹੋਰ ਪੰਜਾਂ ਸਿੰਘਾਂ ਦੇ ਜੋ ਜਥੇ ਗਏ ਸਨ ਉਹ ਸ਼ਹੀਦ ਹੋਏ। ਔਰ ਉੱਧਰ 22 ਦਸੰਬਰ ਦੀ ਜੋ ਦਸੰਬਰ ਦੇ ਮੁਤਾਬਕ 22 ਦਸੰਬਰ ਸੀ, ਪਰ 8 ਪੋਹ ਦੀ ਸਵੇਰ ਹੋਈ ਤਾਂ ਮਾਤਾ ਗੁਜਰ ਕੌਰ ਜੀ ਜੋ ਕੁੰਮੇ ਮਾਸਕੀ ਦੀ ਛੰਨ ਦੇ ਵਿੱਚ ਜਿਨ੍ਹਾਂ ਨੇ 7 ਪੋਹ ਦੀ ਰਾਤ ਕੱਟੀ, 8 ਪੋਹ ਦੀ ਸਵੇਰ ਹੋਈ ਤਾਂ ਮਾਤਾ ਗੁਜਰ ਕੌਰ ਜੀ ਕੁੰਮਾ ਮਾਸਕੀ ਨੂੰ ਕਹਿਣ ਲੱਗੇ ਕਿ ਭਾਈ ਤੂੰ ਬਾਹਰ ਜਾ ਕੇ ਦੇਖ, ਸਾਡਾ ਕੋਈ ਸਿੱਖ ਮਿਲ ਜਾਵੇ ਤਾਂ ਸਾਨੂੰ ਸਾਡੇ ਦੂਜੇ ਸਿੰਘਾਂ ਦਾ ਪਤਾ ਚੱਲ ਜਾਵੇਗਾ। ਤਾਂ ਜਦੋਂ ਕੁੰਮੇ ਮਾਸਕੀ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਉੱਧਰੋਂ ਗੰਗੂ ਬ੍ਰਾਹਮਣ ਜੋ ਗੁਰੂ ਘਰ ਦਾ, ਜਿਸ ਨੂੰ ਰਸੋਈਆ ਵੀ ਕਿਹਾ ਜਾਂਦਾ ਸੀ, ਉਹ ਵੀ ਭਾਲ ਕਰਦਾ ਕਰਦਾ ਮਾਤਾ ਜੀ ਦੀ ਉੱਧਰੋਂ ਲੰਘ ਰਿਹਾ ਸੀ। ਤਾਂ ਕੁੰਮੇ ਨੇ ਕਿਹਾ ਕਿ ਮਾਤਾ ਜੀ, ਸੁਣਿਆ ਹੈ ਕਿ ਗੰਗੂ ਤੁਹਾਡੇ ਘਰ ਦਾ ਰਸੋਈਆ ਰਿਹਾ ਹੈ। ਕਿਹਾ ਕਿ ਠੀਕ ਹੈ, ਉਸ ਨੂੰ ਬੁਲਾ ਲਓ। ਜਦ ਗੰਗੂ ਆਇਆ ਤਾਂ ਮਾਤਾ ਜੀ ਨੂੰ ਨਮਸਕਾਰ ਕੀਤੀ ਤੇ ਸਾਰਾ ਹਾਲ ਪੁੱਛਿਆ। ਕਿਹਾ ਕਿ ਅੱਜ ਤੋਂ ਤੁਸੀਂ ਮੇਰੇ ਘਰ ਰਹੋਗੇ, ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ ਮੈਂ ਤੁਹਾਨੂੰ ਆਪਣੇ ਘਰ ਰੱਖਾਂਗਾ। ਮਾਤਾ ਜੀ ਕਹਿਣ ਲੱਗੇ ਕਿ ਭਾਈ ਠੀਕ ਹੈ। ਜਦੋਂ ਮਾਤਾ ਜੀ ਨੇ ਕੁੰਮਾ ਮਾਸਕੀ ਨੂੰ ਕੁਝ ਮੋਹਰਾਂ ਦਿੱਤੀਆਂ ਕਿ ਇਹ ਕੁਝ ਮੋਹਰਾਂ ਤੂੰ ਰੱਖ ਲਵੇਂ, ਤੂੰ ਸਾਡੀ ਸੇਵਾ ਕੀਤੀ ਹੈ, ਤੇ ਕੁਝ ਮੋਹਰਾਂ ਮਾਈ ਲక్ష్ਮੀ ਨੂੰ ਦੇ ਦੇਵੀਂ, ਜਿਸ ਤੋਂ ਰਾਤ ਨੂੰ ਤੂੰ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆਇਆ ਸੀ। ਤਾਂ ਗੰਗੂ ਦੀ ਨੀਤੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਦੇਖ ਕੇ ਉਸੇ ਸਮੇਂ ਹੀ ਬਦਲ ਗਈ ਕਿ ਮਾਤਾ ਜੀ ਕੋਲ ਜੋ ਮੋਹਰਾਂ ਹਨ, ਕਿਸੇ ਤਰੀਕੇ ਨਾਲ ਇਹ ਲੈ ਲਈਏ ਤਾਂ ਸਾਡੀ ਗਰੀਬੀ ਦੂਰ ਹੋ ਜਾਵੇਗੀ। ਸ਼ਾਮ ਨੂੰ ਇਸੇ ਤਰ੍ਹਾਂ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਏ। ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਗੰਗੂ ਦੇ ਪਿੰਡ ਸਹੇੜੀ, ਜਿਸ ਨੂੰ ਅੱਜ ਕੱਲ੍ਹ ਖੇੜੀ ਵੀ ਕਿਹਾ ਜਾਂਦਾ ਹੈ, ਪਹੁੰਚੇ। ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਜੀ ਨੂੰ ਅੰਦਰ ਕਮਰੇ ਵਿੱਚ ਬਿਠਾ ਦਿੱਤਾ ਕਿ ਤੁਸੀਂ ਆਰਾਮ ਕਰੋ, ਅਸੀਂ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਹਾਂ। ਗੰਗੂ ਸ਼ਹਿਰ ਗਿਆ, ਉੱਥੋਂ ਜ਼ਹਿਰ ਦੀ ਪੁੜੀ ਲਿਆ ਕੇ ਆਪਣੀ ਮਾਤਾ ਨੂੰ, ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ, ਖਾਣੇ ਵਿੱਚ ਜ਼ਹਿਰ ਮਿਲਾ ਦੇ, ਇਹ ਖਾਣਾ ਖਾ ਕੇ ਸਦਾ ਲਈ ਸੌਂ ਜਾਣਗੇ। ਜੋ ਇਹਨਾਂ ਕੋਲ ਸੋਨੇ ਦੀਆਂ ਮੋਹਰਾਂ ਹਨ ਉਹ ਆਪਣੀਆਂ ਹੋ ਜਾਣਗੀਆਂ ਤੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ। ਗੰਗੂ ਦੀ ਮਾਂ ਨੇ ਕਿਹਾ ਕਿ ਹੇ ਗੰਗੂ, ਇਹਨਾਂ ਦੇ ਘਰ ਦਾ ਤੂੰ ਨਮਕ ਖਾਂਦਾ ਰਿਹਾ ਹੈ, ਉਹ ਹਰਾਮ ਨਾ ਕਰ, ਇਹ ਕਹਿਰ ਨਾ ਕਰ। ਗੰਗੂ ਉਸ ਸਮੇਂ ਚੁੱਪ ਕਰ ਰਿਹਾ। ਮਾਤਾ ਸੋਭੀ ਜੀ ਜੋ ਪ੍ਰਸ਼ਾਦਾ ਤਿਆਰ ਕੀਤਾ, ਜੋ ਵੀ ਰੁੱਖਾ ਮਿੱਸਾ ਸੀ, ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਇਆ। ਭੋਜਨ ਛਕਿਆ ਤੇ ਰਾਤ ਨੂੰ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਛਾਤੀ ਨਾਲ ਆਇਆ, ਕੁਝ ਸਮਾਂ ਗੱਲਾਂ ਕਰਦੇ ਰਹੇ। ਮਾਤਾ ਜੀ ਨੇ ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ ਬੱਚਿਆਂ ਨੂੰ ਪਾਇਆ ਔਰ ਸਾਹਿਬਜ਼ਾਦੇ ਸੌਂ ਗਏ। ਮਾਤਾ ਗੁਜਰ ਕੌਰ ਨੂੰ ਨੀਂਦ ਕਿੱਥੇ ਆਉਣੀ ਸੀ, ਜਿਸ ਦਾ ਸਾਰਾ ਪਰਿਵਾਰ ਵਿਛੜ ਗਿਆ ਹੋਵੇ, ਜਿਸ ਨੇ ਆਨੰਦਪੁਰ ਛੱਡ ਦਿੱਤਾ ਹੋਵੇ, ਸਵਰਗਾਂ ਵਰਗਾ ਆਨੰਦਪੁਰ। ਸੋ
ਮਾਤਾ ਜੀ ਵੈਸੇ ਹੀ ਪ੍ਰਭੂ ਦੀ ਯਾਦ ਵਿੱਚ ਪਏ ਸਨ, ਆਪਣੇ ਪਰਿਵਾਰ ਦੀ ਯਾਦ ਵਿੱਚ ਪਏ ਸਨ। ਪਰ ਗੰਗੂ ਨੂੰ ਵੀ ਨੀਂਦ ਕਿੱਥੇ ਆਉਣੀ ਸੀ, ਕਿਉਂਕਿ ਉਸ ਦੀਆਂ ਲਾਲਚੀ ਅੱਖਾਂ ਨੇ ਜੋ ਮੋਹਰਾਂ ਦੇਖ ਲਈਆਂ ਸਨ ਕਿ ਜਦੋਂ ਮਾਤਾ ਜੀ ਅੱਖਾਂ ਮੀਚ ਕੇ ਪਏ ਰਹੇ ਸਨ ਤਾਂ ਗੰਗੂ ਨੇ ਜੋ ਮੋਹਰਾਂ ਵਾਲੀ ਥੈਲੀ ਚੱਕ ਲਈ ਔਰ ਬਾਹਰ ਲੈ ਗਿਆ। ਮਾਤਾ ਜੀ ਨੇ ਵੇਖ ਤਾਂ ਲਿਆ ਪਰ ਉਹ ਚੁੱਪ ਰਹੇ। ਇਸੇ ਤਰ੍ਹਾਂ ਹੀ ਜੋ ਮਾਤਾ ਜੀ ਰਾਤ ਨੂੰ ਚੁੱਪ ਕਰਕੇ ਰਾਤ ਕੱਢੀ ਔਰ ਜੋ ਅੱਗੇ 9 ਪੋਹ ਦੀ ਜੋ ਸਵੇਰ ਹੋਈ, 9 ਪੋਹ ਦੀ ਸਵੇਰ ਬਾਰੇ ਆਪਾਂ ਸਤਿਗੁਰੂ ਕਿਰਪਾ ਕਰਨ ਸਵੇਰੇ 9 ਪੋਹ ਨੂੰ ਵਿਚਾਰ ਕਰਾਂਗੇ। ਸੋ ਇਹ ਸੀ ਆਪਾਂ ਜੋ 22 ਅੱਜ 23 ਦਸੰਬਰ ਹੈ, 23 ਦਸੰਬਰ 8 ਪੋਹ ਦਾ ਜੋ ਦਿਨ ਸ਼ੁਰੂ ਹੋਇਆ। 8 ਪੋਹ ਦਾ ਦਿਨ ਸਤਿਗੁਰੂ ਅਤੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦਾ ਜੋ ਆਪਾਂ ਇਤਿਹਾਸ ਸਾਂਝਾ ਕੀਤਾ। ਮਾਤਾ ਗੁਜਰ ਕੌਰ ਕੁੰਮੇ ਮਾਸਕੀ ਦੀ ਛੰਨ ਦੇ ਵਿੱਚੋਂ ਗੰਗੂ ਦੇ ਘਰ ਗਏ ਅਤੇ ਗੰਗੂ ਦੀ ਕੀ ਚਾਲ ਸੀ ਜੋ ਆਪਾਂ ਇਤਿਹਾਸਕ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣਯੋਗ ਹੁੰਦੀ, ਬਖਸ਼ਣ ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।